तेरी पन्ह खुदाए तू बख्शंदगी शेख फरीदा खैर दीजै बंदगी। ਸਾਹਿਬ ਦੀ ਪਾਵਨ ਗੋਦ ਅੰਦਰ ਹਜ਼ੂਰੀ ਅੰਦਰ ਜੁੜ ਮਿਲ ਬੈਠੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਦੀ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕੌਮ ਦੀ ਮੈਂ ਨਾਜ ਹਸਤੀ ਸੇਵਾ ਸਿਮਰਨ ਦੇ ਪੁੰਜ, ਪੰਥ ਦੀਆਂ ਉਹ ਸ਼ਖਸੀਅਤਾਂ ਜਿਨ੍ਹਾਂ ਦਾ ਨਾਮ ਪੰਥ ਦੇ ਇਤਿਹਾਸ ਵਿੱਚ ਤਾਰਿਆਂ ਦੀ ਤਰ੍ਹਾਂ ਚਮਕ ਰਿਹਾ। ਸਤਿਕਾਰਯੋਗ ਸੰਤ ਬਾਬਾ ਨਿਧਾਨ ਸਿੰਘ ਜੀ, ਉਹਨਾਂ ਦੇ ਨਾਲ ਨਾਲ ਬਾਬਾ ਹਰਨਾਮ ਸਿੰਘ ਜੀ, ਬਾਬਾ ਆਤਮਾ ਸਿੰਘ ਜੀ, ਬਾਬਾ ਸ਼ੀਸ਼ਾ ਸਿੰਘ ਜੀ, ਜਿਨ੍ਹਾਂ ਦੀ ਇਹ ਮਿੱਠੀ ਯਾਦ ਹਰ ਸਾਲ ਦੀ ਤਰ੍ਹਾਂ ਆਪ ਜੀ ਮਨਾ ਰਹੇ ਹੋ। ਗੁਰਮੁਖ ਪਿਆਰਿਓ, ਉਹਨਾਂ ਦੇ ਜੀਵਨ ਦੀ ਕੋਈ ਝਲਕ, ਉਹਨਾਂ ਦੇ ਜੀਵਨ ਦਾ ਕੋਈ ਕਿਣਕਾ ਕਿਤੇ ਸਾਡੀ ਝੋਲੀ ਵਿੱਚ ਪੈ ਜਾਵੇ, ਇਸ ਉਮੀਦ ਨਾਲ, ਆਸ ਨਾਲ ਆਪਾਂ ਸਾਰੇ ਪਹੁੰਚੇ ਹਾਂ। ਮੇਰੇ ਪਾਤਸ਼ਾਹ ਰਹਿਮਤ ਕਰਨ, ਇਸ ਇੱਛਾ ਨੂੰ ਲੈ ਕੇ ਆਪਾਂ ਜਿਹੜੇ ਆਏ ਆ, ਸਾਡੀਆਂ ਝੋਲੀਆਂ ਭਰ ਕੇ ਨਵਾਜ ਦੇਣ। ਗੁਰੂ ਪਿਆਰਿਓ, ਮਹਾਂਪੁਰਖਾਂ ਦਾ ਜਿਹੜਾ ਜੀਵਨ ਹੈ, ਕਿਸੇ ਵੀ ਬੰਦਗੀ ਵਾਲੀ ਹਸਤੀ, ਕੋਈ ਰੂਹ ਆਤਮਾ, ਪਵਿੱਤਰ ਆਤਮਾ ਹੋਵੇ, ਉਹਨਾਂ ਦੇ ਜੀਵਨ ਵਿੱਚ ਸਾਡੇ ਨਾਲੋਂ ਕੁਛ ਵੱਖਰੀਆਂ ਖੇਡਾਂ ਹੁੰਦੀਆਂ ਨੇ। ਮੈਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਈਰਾਨ ਦੇ ਇੱਕ ਵਿਦਵਾਨ ਦੀ ਲਿਖੀ ਹੋਈ ਛੋਟੀ ਜਿਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ, ਫਿਰ ਆਪਾਂ ਆਪਣੇ ਵਿਸ਼ੇ ਤੇ ਆਉਣਾ ਹੈ। ਵੈਸੇ ਇਹ ਵੀ ਵਿਸ਼ੇ ਦਾ ਹਿੱਸਾ ਹੈ। ਇੱਕ ਮਹਾਤਮਾ ਕਿਸੇ ਸ਼ਹਿਰ ਤੋਂ ਬਾਹਰ, ਹੁਣ ਅਰਬ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਚਲੇ ਜਾਣਾ, ਕਿਸੇ ਸ਼ਹਿਰ ਤੋਂ ਬਾਹਰ ਇੱਕ ਛੋਟੀ ਜਿਹੀ ਕੁੱਲੀ ਬਣਾ ਕੇ, ਝੌਂਪੜੀ ਬਣਾ ਕੇ ਰਹਿ ਰਹੇ ਨੇ। ਸਰਦੀ ਦੀ ਰੁੱਤ ਹੈ, ਸ਼ਾਮ ਦਾ ਵਕਤ ਹੈ। ਪੋਹ ਦੇ ਮਹੀਨੇ ਦੀ ਸ਼ਾਮ ਨੂੰ ਥੋੜਾ ਜਿਹਾ ਮੂੰਹ ਹਨੇਰਾ ਜਿਹਾ ਜਦੋਂ ਹੁੰਦਾ ਨਾ, ਉਸ ਵੇਲੇ ਆਕਾਸ਼ ਵਿੱਚੋਂ ਮੀਂਹ ਵੀ ਬਰਸ ਰਿਹਾ ਹੈ। ਭਾਵੇਂ ਉਹ ਕਿਣੀਆਂ ਬਹੁਤੀਆਂ ਤੇਜ਼ ਤਾਂ ਨਹੀਂ, ਪਰ ਵਰਖਾ ਜ਼ਰੂਰ ਹੋ ਰਹੀ ਹੈ। ਜਿਸ ਰਸਤੇ ਦੇ ਉੱਤੇ ਇਸ ਸੰਤ ਦੀ ਕੁੱਲੀ ਹੈ, ਝੌਂਪੜੀ ਹੈ ਨਾ, ਉਸੇ ਰਸਤੇ ਦੇ ਉੱਤੇ ਇਸ ਰਿਆਸਤ ਦਾ, ਸ਼ਹਿਰ ਦਾ ਜੋ ਰਾਜਾ ਹੈ, ਉਹਦਾ ਮਹਿਲ ਵੀ ਬਣਿਆ ਹੋਇਆ ਹੈ। ਧਿਆਨ ਦੇਣਾ, ਸਰਦੀ ਦੀ ਰੁੱਤ ਹੈ, ਮੀਂਹ ਪੈਂਦਾ ਹੈ, ਸ਼ਹਿਰ ਦੇ ਕਰਜੇਵਿਆਂ ਤੋਂ ਵਿਹਲੇ ਹੋ ਕੇ ਲੋਕ ਆਪਣੇ ਪਿੰਡਾਂ ਵੱਲ ਨੂੰ ਜਾ ਰਹੇ ਨੇ। ਕੰਮਾਂ ਕਾਰਾਂ ਵਾਲੇ, ਕੋਈ ਖਰੀਦੋ ਫਰੋਖਤ ਕਰਨ ਵਾਲਾ, ਤੇ ਹਾਲਾਤ ਨੂੰ ਵੇਖ ਕੇ ਇੱਕ ਲੰਘਣ ਵਾਲੇ ਰਾਹੀ ਨੇ ਸੋਚਿਆ ਵੀ ਪਿੰਡ ਤੱਕ ਪਹੁੰਚਣਾ ਬੜਾ ਮੁਸ਼ਕਲ ਹੈ, ਵਰਸ਼ਾ ਹੋ ਰਹੀ ਹੈ, ਠੰਡ ਬੜੀ ਹੈ, ਹਵਾ ਚੱਲ ਰਹੀ ਹੈ, ਠੱਕਾ ਚੱਲ ਰਿਹਾ ਹੈ, ਕਿਉਂ ਨਾ ਹੋਵੇ ਰਾਤ ਇੱਥੇ ਕਿਤੇ ਕੱਟ ਲਈਏ। ਇਸ ਖਿਆਲ ਦੇ ਨਾਲ ਉਹਨੇ ਮਹਿਲ ਦਾ ਦਰਵਾਜ਼ਾ ਖੜਕਾ ਦਿੱਤਾ। ਦਰਵਾਜ਼ਾ ਖੁੱਲਿਆ ਤੇ ਨਹੀਂ, ਛੋਟੇ ਜਿਹੇ ਸੁਰਾਖ ਦੇ ਵਿੱਚੋਂ ਉਹ ਸੰਤਰੀ ਜਿਹੜਾ ਖੜਾ ਸੀ, ਉਹਨੇ ਪੁੱਛਿਆ ਕੌਣ? ਉਹਨੇ ਬੜਾ ਘਗਿਆ ਕੇ ਨਿਮਰਤਾ ਵਿੱਚ ਰਾਹੀ ਨੇ ਆਖਿਆ, ਕਹਿਣ ਲੱਗਿਆ ਜੀ ਰਾਤ ਕੱਟਣੀ ਸੀ। ਅੱਗਿਓਂ ਕਹਿੰਦਾ ਤੈਨੂੰ ਦਿਸਦਾ ਨਹੀਂ, ਇਹ ਸਰਾਂ ਥੋੜੋ ਹੈ, ਇਹ ਮਹਿਲ ਹੈ, ਰਾਜ ਮਹਿਲ ਦਾ, ਚਲਾ ਜਾ। ਉਹ ਰਾਹਗੀਰ ਅੱਗੇ ਤੁਰ ਪਿਆ। ਅੱਗੇ ਜਾ ਕੇ ਉਸ ਸੰਤ ਦੀ ਕੁੱਲੀ ਦੇ ਅੱਗੇ ਆਵਾਜ਼ ਦਿੱਤੀ, ਜੀ ਰਾਤ ਕੱਟਣੀ ਹੈ,
ਉਹ ਸੰਤ ਕਹਿੰਦਾ ਜੀਓ ਆਇਆ ਨੂੰ ਅੰਦਰ ਲੰਘ ਆਓ। ਕੋਈ ਗੱਲ ਨਹੀਂ, ਜਗ੍ਹਾ ਥੋੜੀ ਹੈ, ਆਪਾਂ ਇੱਕੋ ਬਿਸਤਰੇ ਤੇ ਰਾਤ ਕੱਟ ਲਵਾਂਗੇ। ਅਗਲਾ ਰਾਹਗੀਰ ਫਿਰ ਇਸੇ ਤਰ੍ਹਾਂ ਆਉਂਦਾ ਹੈ, ਇਸੇ ਉਮੀਦ ਨਾਲ ਉਹ ਮਹਿਲ ਦਾ ਦਰਵਾਜ਼ਾ ਖੜਕਾਉਂਦਾ ਹੈ। ਉਹ ਸੰਤਰੀ ਪਹਿਲਾਂ ਨਾਲੋਂ ਥੋੜਾ ਜਿਹਾ ਗੁੱਸੇ ਵਿੱਚ ਬੋਲਦਾ, ਕੌਣ? ਕਹਿਣ ਲੱਗਿਆ ਜੀ ਰਾਤ ਕੱਟਣੀ ਹੈ, ਜੇ ਥੋੜੀ ਜਿਹੀ ਥਾਂ ਮਿਲ ਜਾਵੇ। ਤੇ ਅੱਗਿਓਂ ਉਹ ਸੰਤਰੀ ਥੋੜਾ ਉਹਨੂੰ ਘੂਰ ਕੇ ਕਹਿੰਦਾ, ਤੈਨੂੰ ਦਿਸਦਾ ਨਹੀਂ? ਮੂੰਹ ਚੱਕ ਕੇ ਆ ਜਾਂਦੇ ਆ, ਇਹ ਰਾਜ ਮਹਿਲ ਹੈ। ਉਹ ਵਿਚਾਰਾ ਸ਼ਰਮਿੰਦਾ ਹੋ ਕੇ ਅੱਗੇ ਤੁਰਦਾ ਹੈ। ਉਹ ਵੀ ਸੰਤ ਦੀ ਝੌਂਪੜੀ ਦੇ ਅੱਗੇ ਪਹੁੰਚਦਾ ਹੈ। ਉੱਥੇ ਜਾ ਕੇ ਉਹ ਉਮੀਦ ਨਾਲ ਆਵਾਜ਼ ਦਿੰਦਾ, ਜੀ ਰਾਤ ਕੱਟਣ ਨੂੰ ਥਾਂ ਮਿਲੇਗੀ? ਉਹ ਸੰਤ ਕਹਿੰਦਾ, ਜੀ ਬਿਲਕੁਲ, ਆਓ ਅੰਦਰ ਲੰਘ ਆਓ। ਥਾਂ ਭਾਵੇਂ ਥੋੜੀ ਹੈ, ਕੋਈ ਗੱਲ ਨਹੀਂ, ਪਰ ਆਪਾਂ ਜੇ ਲੰਮੇ ਨਹੀਂ ਪੈ ਸਕਾਂਗੇ ਤੇ ਘੱਟੋ ਘੱਟ ਆਪਾਂ ਬੈਠ ਕੇ ਹੀ ਰਾਤ ਕੱਟ ਲਵਾਂਗੇ। ਇਸੇ ਤਰ੍ਹਾਂ ਇੱਕ ਤੀਸਰਾ ਰਾਹੀ ਆਉਂਦਾ, ਉਹਦੇ ਨਾਲ ਵੀ ਉਹੀ ਕੁਝ ਵਾਪਰਦਾ। ਉਹਨੂੰ ਵੀ ਸੰਤਰੀ ਕੜਕਵੀਂ ਆਵਾਜ਼ ਵਿੱਚ ਬੜੇ ਗੁੱਸੇ ਵਿੱਚ ਬੋਲਦਾ, ਕਹਿੰਦਾ ਤੈਨੂੰ ਪਤਾ ਨਹੀਂ ਵੀ ਰਾਜੇ ਦੇ ਹੁਕਮ ਤੋਂ ਬਿਨਾਂ ਇੱਥੇ ਚਿੜੀ ਨਹੀਂ ਫਰਕ ਸਕਦੀ, ਤੂੰ ਅੰਦਰ ਜਾਣ ਦੀਆਂ ਗੱਲਾਂ ਕਰਦਾ। ਉਹ ਵੀ ਸ਼ਰਮਿੰਦਗੀ ਨਾਲ ਅੱਗੇ ਤੁਰ ਕੇ ਸੰਤ ਦੀ ਕੁਟੀਆ ਤੇ ਜਾਂਦਾ ਹੈ, ਆਵਾਜ਼ ਦਿੰਦਾ ਹੈ, ਅੰਦਰੋਂ ਪਿਆਰੀ ਆਵਾਜ਼ ਆਉਂਦੀ ਹੈ, ਆਓ ਲੰਘ ਆਓ। ਕੋਈ ਗੱਲ ਨਹੀਂ, ਆਪਾਂ ਜੇ ਬੈਠਿਆ ਵੀ ਨਹੀਂ ਜਾਏਗਾ ਆਪਾਂ ਖੜ ਕੇ ਰਾਤ ਕੱਟ ਲਵਾਂਗੇ। ਹੁਣ ਯਾਦ ਰੱਖਣਾ ਪਊਗਾ ਸੰਤ ਦਾ ਜੀਵਨ ਕੀ ਹੈ। ਸੰਤ ਦਾ ਜੀਵਨ ਹੈ ਇੱਕ ਪਾਸੇ ਮਹਿਲ ਦੇ ਅੰਦਰ ਵਸਣ ਵਾਲਾ ਪਰਿਵਾਰ, ਉਸ ਪਰਿਵਾਰ ਦੇ 5-7 ਜੀ ਹੋਣਗੇ, 10 ਹੋਣਗੇ, 12 ਹੋਣਗੇ, ਨਾ ਇੰਨੀ ਉਹ ਗਿਣਤੀ ਹੁੰਦੀ ਹੈ ਪਰਿਵਾਰਾਂ ਦੀ, ਵੱਡਿਆਂ ਦੀ ਵੀ। ਤੇ ਉਸ ਮਹਿਲ ਦੇ ਕਮਰਿਆਂ ਦੀ ਗਿਣਤੀ 10-20 ਨਹੀਂ ਬਲਕਿ 40-50 ਦੇ ਕਰੀਬ ਹੈ। ਭਾਰਤ ਦੇ ਅੰਦਰ ਇੱਕ ਧਨਾੜ ਬੰਦੇ ਨੇ ਇਹੋ ਜਿਹਾ ਮਕਾਨ ਬੰਬੇ ਵਿੱਚ ਬਣਾਇਆ, ਤੁਹਾਨੂੰ ਪਤਾ ਹੋਵੇਗਾ ਬਹੁਤਿਆਂ ਨੂੰ, ਬਈ ਉਹਦੇ ਪਰਿਵਾਰ ਤੋਂ ਇਲਾਵਾ ਘੱਟੋ ਘੱਟ 300 ਬੰਦਾ ਸਟਾਫ ਦਾ ਉਹਦੇ ਘਰ ਵਿੱਚ ਰਹਿੰਦਾ ਹੈ। ਕਮਰਿਆਂ ਦੀ ਗਿਣਤੀ ਉਹ ਕੋਈ ਨਹੀਂ। ਜਿਹੜੇ ਧਨਾੜ ਨੇ, ਰਾਜੇ ਮਹਾਰਾਜੇ ਲੋਕ ਨੇ, ਯਾਦ ਰੱਖਣਾ ਉਹਨਾਂ ਦੇ ਘਰਾਂ ਵਿੱਚ ਥਾਂ ਹੁੰਦੀ ਹੈ, ਸਪੇਸ ਬਹੁਤ ਹੁੰਦੀ ਹੈ, ਪਰ ਇੱਕ ਚਿੜੀ ਦੇ ਵੀ ਸਮਾ ਜਾਣ ਵਾਸਤੇ ਐਕਸਟਰਾ ਥਾਂ ਨਹੀਂ ਦਿੰਦੇ। ਉਹਨਾਂ ਦੇ ਹਿਰਦੇ ਵਿੱਚ ਥਾਂ ਨਹੀਂ ਹੈ। ਯਾਦ ਰੱਖਣਾ, ਮਹਿਲ ਵਿੱਚ ਥਾਂ ਹੈ, ਘਰ ਵਿੱਚ ਥਾਂ ਹੈ, ਪਰ ਹਿਰਦੇ ਵਿੱਚ ਕੋਈ ਥਾਂ ਨਹੀਂ। ਹਿਰਦਾ ਇੰਨਾ ਸੌੜਾ, ਇੰਨਾ ਤੰਗ ਵੀ ਉਹਦੇ ਵਿੱਚ ਚਿੜੀ ਜਾਂ ਕੀੜੀ ਨਹੀਂ ਸਮਾ ਸਕਦੀ। ਦੂਸਰੇ ਪਾਸੇ ਸੰਤ ਦੀ ਝੌਂਪੜੀ ਵਿੱਚ ਥਾਂ ਨਹੀਂ, ਉਹਦੀ ਥਾਂ ਬੜੀ ਟਾਈਟ ਹੈ, ਤੰਗ ਹੈ, ਪਰ ਉਸ ਸੰਤ ਦਾ ਹਿਰਦਾ ਇੰਨਾ ਵਿਸ਼ਾਲ ਹੈ, ਉੱਥੇ ਹਰ ਆਉਣ ਵਾਲੇ ਦਾ ਵੈਲਕਮ ਹੈ, ਜੀਓ ਹੈ। ਇਹੀ ਫਰਕ ਹੈ ਇੱਕ ਦੁਨੀਆਦਾਰ ਵਿੱਚ ਅਤੇ ਇੱਕ ਸੰਤ ਵਿੱਚ। ਇੱਕ ਬੇਨਤੀ ਗੁਰਮੁਖੋ ਕਰਾਂ, ਆਪਣੇ ਜੀਵਨ ਤੇ ਝਾਤੀ ਪਾਉਣੀ ਆ ਆਪਾਂ ਨੇ, ਮੈਂ ਵੀ ਤੁਹਾਡੇ ਨਾਲ ਦਾ ਕੋਈ ਵੱਖਰਾ ਨਹੀਂ। ਸਕੱਤਰ ਸਾਹਿਬ ਨੇ ਮੇਰੇ ਵਾਸਤੇ ਇੰਨੇ ਵਿਸ਼ੇਸ਼ਣ, ਇੰਨੇ ਵੱਡੇ ਵੱਡੇ ਸ਼ਬਦ ਵਰਤ ਦਿੱਤੇ ਨੇ, ਮੈਨੂੰ ਸ਼ਰਮਿੰਦਗੀ ਜੀ ਹੋ ਰਹੀ ਸੀ ਵੀ ਨਚੀਜ ਜੇ ਬੰਦੇ ਦੀਆਂ ਗੁਰੂ ਕੀ ਹਜ਼ੂਰੀ ਵਿੱਚ ਸਿਫਤਾਂ ਇੰਨੀਆਂ, ਪਰ ਇਹਨਾਂ ਦੀ ਮੌਜ ਹੈ, ਸ਼ਾਇਦ ਇਹਨਾਂ ਨੇ ਕੁਝ ਵੇਖਿਆ ਹੋਊਗਾ, ਉਹਦੇ ਹਿਸਾਬ ਨਾਲ ਕਿਹਾ ਹੋਵੇਗਾ, ਧੰਨਵਾਦ ਹੈ ਇਹਨਾਂ ਦਾ। ਪਰ ਗੁਰਮੁਖ ਪਿਆਰਿਓ, ਜੇ ਪ੍ਰਾਪਤੀ ਵੱਡੀ ਚਾਹੁੰਦੇ ਹੋ ਤੇ ਸਪੇਸ ਵੀ ਵੱਡੀ ਚਾਹੀਦੀ ਹੈ। ਮੈਂ ਉਦਾਹਰਨ ਦਿੰਦਾ ਹੁੰਦਾ ਵੀ ਜੇ ਫਰਨੀਚਰ ਵੱਡਾ ਚਾਹੀਦਾ, ਸੋਫਾ ਸੈੱਟ ਬਹੁਤੀਆਂ ਸੀਟਾਂ ਵਾਲਾ ਚਾਹੀਦਾ, ਡਾਈਨਿੰਗ ਟੇਬਲ ਵੀ 6 ਦੀ ਜਗ੍ਹਾ 8-10 ਸੀਟਾਂ ਵਾਲਾ ਚਾਹੀਦਾ, ਇਤਿਹਾਦਕ ਘਰ ਦਾ ਫਰਨੀਚਰ ਜੇ ਵੱਡਾ ਤੇ ਜ਼ਿਆਦਾ ਚਾਹੀਦਾ ਨਾ, ਫਿਰ ਯਾਦ ਰੱਖਣਾ ਲਿਵਿੰਗ ਰੂਮ, ਡਰਾਇੰਗ ਰੂਮ ਵੀ ਵੱਡਾ ਚਾਹੀਦਾ। ਇਹ ਤੇ ਨਹੀਂ ਨਾ ਹੋ ਸਕਦਾ ਵੀ 8x10 ਦੇ ਕਮਰੇ ਵਿੱਚ ਤੁਸੀਂ ਵੱਡਾ ਫਰਨੀਚਰ ਰੱਖ ਸਕੋ। ਕਾਰ ਸਾਨੂੰ ਵੱਡੀ ਚਾਹੀਦੀ ਹੈ, ਇੱਛਾ ਹੈ ਸਾਡੀ, ਜੇ ਕਾਰ ਵੱਡੀ ਲੈਣੀ ਹੈ ਫਿਰ ਗਰਾਜ ਵੱਡਾ ਕਰਨਾ ਪਵੇਗਾ ਜਿੱਥੇ ਖੜਾਉਣੀ ਹੈ। ਬਸ ਇਸ ਨੁਕਤੇ ਨੂੰ ਸਮਝ ਲੈਣਾ। ਜੇ ਪ੍ਰਾਪਤੀ ਵੱਡੀ ਦੀ ਇੱਛਾ ਰੱਖਦੇ ਹੋ ਨਾ, ਫਿਰ ਸਪੇਸ ਵੱਡੀ ਕਰ ਦਿਓ, ਥਾਂ ਵੱਡੀ ਕਰ ਦਿਓ, ਫਿਰ ਉਹ ਵਸਤੂ ਉੱਥੇ ਸਮਾ ਸਕਦੀ ਹੈ। ਆਜੋ ਦੁਨੀਆ ਬੰਦਗੀ ਵਿੱਚ ਪ੍ਰਾਪਤੀ ਦੀ ਇੱਛਾ ਕੀ ਹੈ?
ਬੰਦਗੀ ਵਾਲੇ ਰਸਤੇ ਵਿੱਚ ਪ੍ਰਾਪਤੀ ਦੀ ਇੱਛਾ ਹੈ, ਮੈਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਵੇ। ਰਾਮ ਰਾਮ ਕਰਤਾ ਸਭ ਜਗ ਫਿਰੈ। ਦੁਨੀਆ ਤੇ ਬਹੁਤੀ ਦੁਨੀਆ ਕਹਿੰਦੀ ਹੈ ਵੀ ਰੱਬ ਮਿਲੇ, ਰੱਬ ਮਿਲੇ, ਭਾਵੇਂ ਸੋਝੀ ਨਹੀਂ, ਰਸਤਾ ਨਹੀਂ ਮਿਲਿਆ ਜਾਂ ਪੂਰਾ ਗੁਰੂ ਨਹੀਂ ਮਿਲਿਆ, ਇਹ ਗੱਲ ਵੱਖਰੀ ਹੈ, ਇੱਛਾ ਹੈ ਕਿਤੇ ਨਾ ਕਿਤੇ। ਹੁਣ ਐਡਾ ਵੱਡਾ ਪਰਮਾਤਮਾ ਜਿਹਦੀ ਵਿਆਖਿਆ ਗੁਰੂ ਕੀ ਬਾਣੀ ਨੇ ਕੀਤੀ ਹੈ ਵੀ ਸਪਤ ਆਕਾਸ਼ ਕੁਲਹਿ ਸਿਰ ਕੀਨੀ। ਵੈਸੇ ਤੇ ਲੱਖਾਂ ਪਤਾਲ ਤੇ ਲੱਖਾਂ ਆਗਾਸ ਨੇ, ਪਰ ਪ੍ਰਮਾਣਿਕ ਤੌਰ ਤੇ ਗੱਲ ਕਹਿ ਦਿੱਤੀ ਵੀ 7 ਆਕਾਸ਼ ਰੱਬ ਦਾ ਸਿਰ ਨੇ ਤੇ 7 ਪਤਾਲਾਂ ਰੱਬ ਦੀਆਂ ਖੜਾਮਾਂ ਨੇ। ਭਾਵ ਇੱਕ ਚਿੱਤਰ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ ਵੀ ਰੱਬ ਕਿੰਨਾ ਕੁ ਵੱਡਾ ਹੈ, ਕਿਉਂਕਿ ਮਨੁੱਖ ਨੂੰ ਸਮਝਾਉਣਾ ਸੀ। ਵੈਸੇ ਤੇ ਉਹ ਬੇਅੰਤ ਹੈ, ਅਨੰਤ ਹੈ, ਪਰ ਜਦੋਂ ਉਦਾਹਰਨ ਦੇਣੀ ਹੁੰਦੀ ਹੈ ਨਾ, ਉਹ ਉਦਾਹਰਨ ਦਿੱਤੀ ਜਾਂਦੀ ਹੈ ਜਿਹੜੀ ਆਮ ਜ਼ਿੰਦਗੀ ਵਿੱਚ ਮਨੁੱਖ ਸਮਝ ਸਕੇ, ਬੰਦਾ ਸਮਝ ਸਕੇ। ਉਦਾਹਰਨ ਦੇ ਕੇ ਸਮਝਾਈ ਹੈ ਵੀ ਇਹ 14 ਲੋਕਾਂ ਦਾ ਜਿਹੜਾ ਸੰਸਾਰ ਤੁਸੀਂ ਵੇਖ ਰਹੇ ਹੋ ਜਾਂ ਮੰਨ ਰਹੇ ਹੋ ਨਾ, ਇੱਕ ਪਾਸੇ ਰੱਬ ਦਾ ਸਿਰ ਹੈ, ਇੱਕ ਪਾਸੇ ਰੱਬ ਦੇ ਚਰਨ ਨੇ, ਇਹ ਰੱਬ ਦਾ ਸਰੂਪ ਹੈ। ਇਹ ਸਰਗੁਣ ਵਿੱਚ ਕਲਪਨਾ ਕੀਤੀ ਹੈ। ਜੇ ਨਿਰਗੁਣ ਵਿੱਚ ਆ ਜਾਈਏ ਫਿਰ ਉਹਦੇ ਵਰਗਾ ਵੱਡਾ ਕੋਈ ਨਹੀਂ। ਪੜ੍ਹਦੇ ਹੋ ਨਾ ਗੁਰਮੁਖ ਪਿਆਰਿਓ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਸਾਹਿਬ ਵੱਡਾ ਹੈ, ਸਥਾਨ ਬਹੁਤ ਉੱਚਾ ਹੈ। ਇਹ ਉੱਚਾ ਪੌੜੀਆਂ ਵਾਲਾ ਨਹੀਂ, ਇਹੋ ਜਿਹੀਆਂ ਪੌੜੀਆਂ ਵਾਲਾ ਨਹੀਂ। ਇਹ ਕੋਈ ਮਾਊਂਟ ਐਵਰੈਸਟ ਵਾਲੀ ਉਚਾਈ ਨਹੀਂ, ਇਹ ਕੋਈ ਚੰਦਰਮਾ ਮੰਗਲ ਪਲੈਨਟ ਦੀ ਗੱਲ ਨਹੀਂ। ਇਹ ਉਚਾਈ ਹੈ ਗੁਰਮੁਖੋ ਚੜੀ ਜਾਣੀ ਹੈ ਸੁਰਤ ਕਰਕੇ। ਪੰਜਵੇਂ ਪਾਤਸ਼ਾਹ ਨੇ ਕਿਹਾ ਨਾ ਆਪਾਂ ਨੂੰ, ਸੰਤ ਕਾ ਮਾਰਗ ਧਰਮ ਕੀ ਪੌੜੀ। ਸੰਤ ਦਾ ਮਾਰਗ ਜਿਹੜਾ ਨਾ ਉਹ ਧਰਮ ਦੀ ਪੌੜੀ ਤੇ ਚੜਨਾ ਹੈ। ਚੜਦਾ ਕੌਣ ਹੈ? ਕੋਈ ਕੋਈ ਵੱਡ ਭਾਗੀ, ਜਿਹਦੇ ਭਾਗ ਬਹੁਤ ਵੱਡੇ ਨੇ, ਪਾਵੈ ਇਸ ਰਸਤੇ ਨੂੰ ਪ੍ਰਾਪਤ ਕਰਦਾ, ਇਸ ਰਸਤੇ ਤੇ ਤੁਰਦਾ। ਜਪਜੀ ਸਾਹਿਬ ਤੇ ਤੁਸੀਂ ਪੜ੍ਹ ਹੀ ਲੈਂਦੇ ਹੋ ਜਾਂ ਸੁਣ ਤਾਂ ਲੈਂਦੇ ਹੋ। ਗੁਰਦੇਵ ਸਮਝਾਉਂਦੇ ਨੇ ਨਾ ਇਸ ਰਸਤੇ ਤੇ ਚੜ੍ਹਨ ਦਾ ਤਰੀਕਾ, ਢੰਗ। ਗੁਰਦੇਵ ਕਹਿੰਦੇ ਨੇ, ਇੱਕ ਦੂਜੀ ਬਹੁ ਲੱਖ ਹੋਏ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆਂ। ਇਸ ਰਾਹ ਦੀਆਂ ਪੌੜੀਆਂ ਏਦਾਂ ਚੜੀਆਂ ਜਾਂਦੀਆਂ ਬੰਦਗੀ ਕਰਕੇ। ਏਤ ਰਾਹ ਪਤ ਪਵੜੀਆਂ, ਚੜੀਏ ਜੇ ਕਿਤੇ ਚੜ ਜਾਈਏ ਹੋਏ ਅਕੀਸ। ਐ ਗੁਰੂ ਪਿਆਰਿਆ, ਤੂੰ ਰੱਬ ਨਾਲ, ਗੁਰੂ ਨਾਲ ਇੱਕ ਮਿਕ ਹੋ ਜਾਵੇਂਗਾ। ਤੇਰੇ ਅਤੇ ਪਰਮਾਤਮਾ ਵਿੱਚ ਫਰਕ ਹੀ ਕੋਈ ਨਹੀਂ ਰਹੇਗਾ। ਹਰ ਕਾ ਸੇਵਕ ਸੋ ਹਰ ਜਿਹਾ, ਧੰਨ ਧੰਨ ਬਾਬਾ ਨਿਧਾਨ ਸਿੰਘ ਜੀ। ਭੇਦ ਨਾ ਜਾਣੋ ਮਾਨਸ ਦੇਹਾ। ਉੱਥੇ ਜਾ ਕੇ ਮਨੁੱਖਾ ਸਰੀਰ ਵਾਲੀ ਗੱਲ ਨਹੀਂ ਕੋਈ ਰਹਿ ਜਾਂਦੀ, ਕਿਉਂਕਿ ਸੁਰਤ ਜਦੋਂ ਚੜ੍ਹਦੀ ਹੈ ਉੱਚੀ, ਸੁਰਤ ਉੱਪਰ ਉੱਠਦੀ ਹੈ। ਗੁਰਮੁਖੋ ਇਹ ਗੱਲਾਂ ਕੁਛ ਨਿਵੇਕਲੀਆਂ ਹੁੰਦੀਆਂ ਨੇ। ਮੈਂ ਇਸ ਵਿਸ਼ੇ ਵੱਲ ਤੁਰ ਪਿਆ ਨਾ, ਮਾਫ ਕਰਨਾ, ਹੋ ਸਕਦਾ ਇੱਕ ਵੱਡੀ ਗਿਣਤੀ ਬੋਰਿੰਗ ਵੱਲ ਚਲੀ ਜਾਵੇ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਪਾਵਨ ਗੁਰਬਾਣੀ ਰਾਹੀਂ ਜਿਹੜਾ ਜੀਵਨ ਸਾਨੂੰ ਦੱਸਦੇ ਨੇ, ਮਾਰਗ ਸਾਨੂੰ ਦੱਸਦੇ ਨੇ, ਨਾਮ ਦਾ, ਬੰਦਗੀ ਦਾ ਔਰ ਉੱਚੇ ਚੜ੍ਹਨ ਦਾ। ਜਪਜੀ ਸਾਹਿਬ ਦੇ ਅੰਦਰ ਹੀ ਆਈ ਹੈ। 5 ਖੰਡ ਤੁਸੀਂ ਪੜ੍ਹਦੇ ਹੋ, ਖਿਮਾ ਕਰਨਾ, ਕੁਛ ਬਿਰਲੇ ਗੁਰਮੁਖ ਹੋਣਗੇ ਜਿਨ੍ਹਾਂ ਨੂੰ 5 ਖੰਡਾਂ ਦੇ ਨਾਮ ਯਾਦ ਨੇ। ਪੜ੍ਹਦੇ ਆ ਪਰ ਸੁਣਦੇ ਨਹੀਂ, ਸੁਣਦੇ ਨਹੀਂ, ਵਿਚਾਰਦੇ ਨਹੀਂ। ਇਸ ਕਰਕੇ ਯਾਦ ਵੀ ਕੁਝ ਨਹੀਂ। ਸਾਡਾ ਨਿਤਨੇਮ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ, ਮਾਫ ਕਰਿਓ ਮੈਨੂੰ। ਅਸੀਂ ਪਤਾ ਗੁਰਬਾਣੀ ਕਿਵੇਂ ਪੜ੍ਹਦੇ ਹਾਂ, ਕੋਈ ਵਿਰਲੇ ਗੁਰਮੁਖਾਂ ਦੀ ਗੱਲ ਨਹੀਂ ਮੈਂ ਕਰਦਾ, ਬਹੁ ਗਿਣਤੀ ਸਾਡੀ ਇਸ ਤਰ੍ਹਾਂ ਦੀ ਹੈ। ਅਸੀਂ ਜੇ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਨਾ, ਤੇ ਸਾਡਾ ਸੌਦਾ ਹੁੰਦਾ ਸਤਿਗੁਰੂ ਨਾਲ ਕਿ ਸੱਚੇ ਪਾਤਸ਼ਾਹ ਆ ਲੈ, ਮੈਂ ਇੱਕ ਜਪਜੀ ਸਾਹਿਬ ਪੜ੍ਹ ਦਿੱਤਾ, ਲਿਆ ਇਹਦੇ ਬਦਲੇ ਦਿੰਦਾ ਕੀ ਹੈ। ਆ ਮੈਂ 40 ਦਿਨ ਸੁਖਮਨੀ ਸਾਹਿਬ ਪਾਠ ਕੀਤਾ, ਲਿਆ ਇਹਦੇ ਬਦਲੇ ਕਦੇ ਦਿੰਦਾ ਕੀ ਹੈ। ਮਾਫ ਕਰਨਾ ਗੁਰਮੁਖੋ, ਦੁਨਿਆਵੀ ਚੀਜ਼ਾਂ ਮੰਗ ਲਿਆ ਕਰੋ ਇਸ ਦਰ ਤੋਂ। ਮੈਂ ਇਹ ਨਹੀਂ ਕਹਿੰਦਾ ਵੀ ਮੰਗਿਓ ਨਾ, ਇੱਥੋਂ ਹੀ ਮੰਗਣਾ, ਹੋਰ ਮੰਗਣਾ ਵੀ ਕਿੱਥੋਂ ਹੈ। ਪਰ ਇੱਕ ਗੱਲ ਯਾਦ ਰੱਖਿਓ,
ਇੱਥੇ ਮੰਗਦਿਆਂ ਇਸ ਢੰਗ ਦੇ ਪਦਾਰਥ ਮੰਗਦਿਆਂ ਲੋੜਾਂ ਪੂਰੀਆਂ ਕਰਦਿਆਂ ਕਿਤੇ ਸਾਰੀ ਜ਼ਿੰਦਗੀ ਨਾ ਲੰਘ ਜਾਵੇ। ਕਦੇ ਕਦੇ ਇਹ ਵੀ ਮੰਗ ਲਿਆ ਕਰ, ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ। ਸਾਰੀ ਸੰਗਤ ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ। ਨਾਮ ਮਿਲੈ ਤਾਂ ਜੀਵਾ ਨਾਨਕ ਨਾਮ ਮਿਲੈ। ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਜਿਹਨੇ ਖੁਸ਼ਹਾਲ ਕਰਨਾ ਸਾਡੇ ਜੀਵਨ ਨੂੰ ਉਹ ਵਾਹਿਗੁਰੂ ਦਾ ਨਾਮ ਹੈ, ਪਰ ਨਾਮ ਅੱਜ ਦਾ ਵਿਸ਼ਾ ਨਹੀਂ। ਇਸ ਕਰਕੇ ਮੈਂ ਪਿੱਛੇ ਮੁੜਦਾ ਸੰਕੋਚ ਦਾ ਗੱਲ। ਪੰਜ ਖੰਡ ਅਸੀਂ ਪੜ੍ਹਦੇ ਹਾਂ, ਕੁਝ ਵਿਰਲੇ ਗੁਰਮੁਖਾਂ ਨੂੰ ਛੱਡ ਕੇ ਸਾਨੂੰ ਚੇਤਾ ਨਹੀਂ ਵੀ ਪੰਜ ਕਿਹੜੇ ਨੇ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ। ਮੰਜ਼ਿਲ ਹੈ ਇਸ ਪੌੜੀ ਦੀ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਜਦੋਂ ਤੀਸਰੇ ਖੰਡ ਵਿੱਚ ਸੁਰਤ ਨੇ ਜਾਣਾ, ਇਹ ਸੁਰਤ ਦੇ ਪੜਾਅ ਨੇ, ਇਹ ਫਿਜ਼ੀਕਲ ਐਕਟੀਵਿਟੀ ਨਹੀਂ ਹੈ। ਫਿਜ਼ੀਕਲ ਐਕਟੀਵਿਟੀ ਤੇ ਗੁਰੂ ਕੇ ਸਿੱਖਾ ਤੇਰੀ ਹੈਗੀ ਹੈ ਸੇਵਾ ਤੇ ਸਿਮਰਨ, ਇਹ ਕਰਦਾ ਰਹਿ। ਜੋ ਰਹਿਤ ਮਰਜ਼ਾਦਾ ਇਹਨੂੰ ਰੱਖਦਾ ਰਹਿ, ਇਹ ਫਿਜ਼ੀਕਲ ਹੈ। ਪਰ ਜਿਹੜੀ ਆ ਅਗਲੀ ਗੱਲ ਹੈ, ਇਹ ਸੁਰਤ ਦੀ ਗੱਲ ਹੈ, ਆਤਮਿਕ ਗੱਲ ਹੈ, ਰੂਹਾਨੀ ਗੱਲ ਹੈ। ਜਦੋਂ ਸੁਰਤ ਧਰਮ ਖੰਡ ਤੋਂ ਅੱਗੇ ਚੱਲਦੇ ਆ, ਮੈਂ ਫਿਰ ਬੇਨਤੀ ਕਰਕੇ ਮੁਆਫੀ ਮੰਗ ਲਵਾਂ, ਅੱਜ ਦਾ ਵਿਸ਼ਾ ਖੰਡਾਂ ਦਾ ਵਿਸ਼ਾ ਵੀ ਨਹੀਂ, ਇਹ ਵੀ ਇੱਕ ਵੱਖਰਾ ਵਿਸ਼ਾ ਖੰਡਾਂ ਤੇ ਵਿਚਾਰ ਕਰਨੀ ਹੋਵੇ। ਸੁਰਤ ਧਰਮ ਖੰਡ ਨੂੰ ਪਾਰ ਕਰਕੇ ਜਦੋਂ ਗਿਆਨ ਖੰਡ ਵਿੱਚ ਜਾਂਦੀ ਹੈ, ਤੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਉੱਥੇ ਗਿਆਨ ਪ੍ਰਚੰਡ ਹੁੰਦਾ ਹੈ। ਬ੍ਰਹਮ ਗਿਆਨ ਕੀ ਹੈ, ਇਹਦੇ ਵਿੱਚੋਂ ਸਮਝ ਆ ਸਕਦੀ ਹੈ ਜੇ ਕਿਤੇ ਸਮਾਂ ਹੋਵੇ ਸਾਡੇ ਕੋਲ। ਤੇ ਪ੍ਰਚੰਡ ਗਿਆਨ ਇੱਥੋਂ ਤੱਕ ਪਹੁੰਚ ਜਾਂਦਾ ਹੈ। ਸਤਿਗੁਰੂ ਕਹਿੰਦੇ ਬਾਹਰ ਤੇ ਚਾਰ ਖਾਣੀਆਂ ਨੇ ਨਾ, ਅੰਡਜ, ਜੇਰਜ, ਸੇਤਜ, ਉਤਪੁਜ। ਪਰ ਜਦੋਂ ਸੁਰਤ ਗਿਆਨ ਖੰਡ ਵਿੱਚ ਹੋਵੇਗੀ ਨਾ, ਯਾਦ ਰੱਖੀ ਉੱਥੇ ਕੇਤੀਆ ਬਾਣੀ ਕੇਤੀਆ ਖਾਣੀ। ਇੱਧਰ ਚਾਰ ਬਾਣੀਆਂ ਸਿਮਰਨ ਦੀਆਂ, ਚਾਰ ਸਟੇਜਾਂ ਤੇ ਚਾਰ ਹੀ ਖਾਣੀਆਂ ਸ੍ਰਿਸ਼ਟੀ ਦੀ ਪਦੈਸ਼ ਦੀਆਂ। ਤੇ ਜਦੋਂ ਸੁਰਤ ਗਿਆਨ ਖੰਡ ਵਿੱਚ ਹੋਵੇਗੀ ਨਾ, ਉੱਥੇ ਬੇਅੰਤ ਹੀ ਮਹਿਸੂਸ ਹੋਵੇਗਾ ਸਭ ਕੁਝ। ਮੈਂ ਜਾਣਾ ਸਰਮ ਖੰਡ ਤੇ, ਸਰਮ ਖੰਡ ਦੇ ਅੰਦਰ ਗੁਰਮੁਖ ਪਿਆਰਿਓ ਮੇਰੇ ਪਾਤਸ਼ਾਹ ਕਹਿੰਦੇ ਜੀਵਨ ਅਸਲੀ ਘੜਿਆ ਉੱਥੇ ਜਾਂਦਾ ਹੈ। ਉਲੰਭਾ ਹੈ ਸੱਜਣਾ ਮਿੱਤਰਾਂ ਦਾ, ਜੀ ਨਿਤ ਨੇਮ ਕਰਦੇ ਆ ਪਰ ਮਨ ਨਹੀਂ ਟਿਕਦਾ। ਬੈਠੇ ਨਾ ਆਪਣੇ ਵਿੱਚ ਬਹੁਤ ਸਾਰੇ, ਪਹਿਲਾਂ ਤੇ ਜਪਦੇ ਨਿਤਨੇਮ ਕਰਨ ਵਾਲੇ ਹੀ ਘੱਟ ਨੇ, ਜਿਹੜੇ ਕਰਨ ਵਾਲੇ ਨੇ ਉਹ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਇਹ ਸਮੱਸਿਆ ਹੈ ਸਾਡੀ ਬਹੁਤੀ। ਕਾਰਨ ਵੀ ਹੈ ਕੋਈ ਨਾ ਕੋਈ। ਕਾਰਨ ਇਹੀ ਹੈ ਵੀ ਅਸੀਂ ਪਹਿਲੇ ਦਿਨੇ ਵੱਡੀ ਪ੍ਰਾਪਤੀ ਚਾਹੁੰਦੇ ਹਾਂ, ਸਹਿਜ ਸਾਡਾ ਖਤਮ ਹੋ ਗਿਆ, ਗਵਾਚ ਗਿਆ ਸਹਿਜ। ਸਾਡੇ ਬਜ਼ੁਰਗਾਂ ਵਿੱਚ ਸਹਿਜ ਹੁੰਦਾ ਸੀ। ਇੱਕ ਵਾਰੀ ਇੱਕ ਬਜ਼ੁਰਗ ਫਲਦਾਰ ਬੂਟਾ ਲਾ ਰਿਹਾ ਸੀ, ਕੋਲੋਂ ਇੱਕ ਪੜ੍ਹਿਆ ਲਿਖਿਆ ਤੇਜ਼ ਤਰਾਰ ਨੌਜਵਾਨ ਲੰਘ ਰਿਹਾ ਸੀ। ਵੇਖ ਕੇ ਰੁਕ ਗਿਆ ਵੀ ਬੁੱਢੇ ਦੀ ਉਮਰ 80 ਤੋਂ ਪਾਰ ਕਰ ਚੁੱਕੀ ਹੈ। ਜਿਹੜਾ ਇਹ ਬੂਟਾ ਲਾ ਰਿਹਾ ਵੀ ਇਹਨੂੰ ਜਦੋਂ ਤੱਕ ਫਲ ਲੱਗਣੇ ਨੇ ਨਾ, ਉਦੋਂ ਤੱਕ ਤਾਂ ਸ਼ਾਇਦ ਇਹ ਦੁਨੀਆ 'ਚ ਨਹੀਂ ਹੋਊਗਾ। ਉਹ ਪੁੱਛ ਬੈਠਿਆ, ਕਹਿੰਦਾ ਬਾਬਾ ਕੀ ਉਮੀਦ ਰੱਖਦਾ ਵੀ ਜਿਹੜਾ ਬੂਟਾ ਤੂੰ ਲਾ ਰਿਹਾ ਇਹਦਾ ਫਲ ਤੈਨੂੰ ਖਾਣ ਨੂੰ ਮਿਲੇਗਾ? ਕਹਿੰਦਾ ਬਿਲਕੁਲ ਨਹੀਂ। ਕਹਿੰਦਾ ਫਿਰ ਲਾਉਂਦਾ ਕਿਉਂ? ਕਹਿੰਦਾ ਲਾਉਂਦਾ ਇਸ ਕਰਕੇ ਆ ਵੀ ਜਿਹੜੇ ਬੂਟਿਆਂ ਦੇ ਫਲ ਜ਼ਿੰਦਗੀ ਵਿੱਚ ਮੈਂ ਖਾਧੇ ਨੇ, ਮੈਂ ਆਪਣੇ ਹੱਥੀਂ ਨਹੀਂ ਸੀ ਲਾਏ। ਉਹ ਸਾਡੇ ਕਿਸੇ ਵਡੇਰਿਆਂ ਦੇ ਲਾਏ ਹੋਏ ਸੀ, ਬਜ਼ੁਰਗਾਂ ਦੇ ਲਾਏ ਹੋਏ ਸੀ। ਤੇ ਜਿਹੜਾ ਬੂਟਾ ਮੈਂ ਲਾ ਰਿਹਾ ਇਹਦਾ ਫਲ ਵਾਕਈ ਸ਼ਾਇਦ ਮੈਂ ਨਹੀਂ ਖਾਵਾਂਗਾ, ਪਰ ਆਉਣ ਵਾਲੀਆਂ ਪੀੜ੍ਹੀਆਂ ਜ਼ਰੂਰ ਖਾਣਗੀਆਂ।
ਇਹ ਸਹਿਜ ਸੀ ਸਾਡਾ, ਹੁਣ ਗਵਾਚ ਗਿਆ ਸਹਿਜ। ਸਾਡੀ ਪੀਏਯੂ ਹੋਰ ਯੂਨੀਵਰਸਿਟੀਆਂ ਕੰਮ ਕਰ ਰਹੀਆਂ ਨੇ, ਮਨੁੱਖ ਦਾ ਸਹਿਜ ਗਵਾਚਿਆ। ਕਹਿੰਦੇ ਹੁਣ ਬੂਟਾ ਲਾ ਕੇ 7-8 ਸਾਲ ਉਡੀਕਿਆ ਨਹੀਂ ਜਾਣਾ ਫਲ ਨੂੰ, ਕੋਈ ਢੰਗ ਤਰੀਕਾ ਵਰਤੋ। ਕਹਿੰਦੇ ਤੀਸਰੇ ਸਾਲ ਹੁਣ ਫਲ ਲਾ ਦਿੱਤਾ ਬੂਟਿਆਂ ਨੂੰ, ਲੱਗ ਰਿਹਾ, ਤੁਸੀਂ ਵੇਖ ਰਹੇ ਹੋ ਨਰਸਰੀਆਂ ਵਿੱਚ ਐਸੀ ਤਿਆਰੀ ਹੋ ਰਹੀ ਹੈ। ਇਹ ਨਿਸ਼ਾਨੀਆਂ ਨੇ ਸਾਡੇ ਗਵਾਚੇ ਹੋਏ ਸਹਿਜ ਦੀਆਂ। ਸਹਿਜ ਨਹੀਂ ਸੀ ਸਾਡੇ ਵਿੱਚ। ਸੋ ਗੁਰਮੁਖ ਪਿਆਰਿਓ, ਜਿਹੜੀ ਸੁਰਤ ਦੀ ਗੱਲ ਹੈ, ਇਹਦੇ ਵਿੱਚ ਸਹਿਜ ਹੋਵੇ ਤੇ ਪਾਤਸ਼ਾਹ ਕਹਿੰਦੇ ਸਹਿਜ। ਹੁਣ ਤੂੰ ਜਪਜੀ ਸਾਹਿਬ ਪੜ੍ਹਦਿਆਂ ਸਾਰ ਫਲ ਮੰਗਦਾ, ਸੁਖਮਨੀ ਸਾਹਿਬ ਨਿਤਨੇਮ ਕਰਦਿਆਂ ਫਲ ਮੰਗਦਾ, ਇਹਦੇ ਵਿੱਚ ਸਹਿਜ ਵਿੱਚ ਆ ਜਾ, ਬਸ ਕਰੀ ਚੱਲ ਫਲ ਦੀ ਉਮੀਦ ਛੱਡ ਦੇ। ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਇਛਾਵਾਂ ਛੱਡਣੀਆਂ ਪੈਣਗੀਆਂ। ਰਹੋ ਵਿਚਾਰ। ਤੀਸਰੇ ਖੰਡ ਜਿਹੜਾ ਸਰਮ ਖੰਡ ਹੈ ਨਾ, ਸੁਰਤ ਨੇ ਉਦੋਂ ਟਿਕਣਾ ਗੁਰਮੁਖ ਪਿਆਰਿਓ ਜਦੋਂ ਘੜੀ ਗਈ। ਆਪਾਂ ਪੜ੍ਹ ਰਹੇ ਨਾ ਸਰਮ ਖੰਡ ਕੀ ਬਾਣੀ ਰੂਪ, ਰੂਪ ਦਾ ਭਾਵ ਹੈ ਸਰੂਪ। ਸਰਮ ਖੰਡੀ ਦੀ ਬਾਣੀ ਦਾ ਸਰੂਪ ਕਿਹੋ ਜਿਹਾ ਹੈ? ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਉਪਮਾ ਤੋਂ ਰਹਿਤ ਘਾੜਤ ਉੱਥੇ ਘੜੀ ਜਾਣੀ ਹੈ ਤੇਰੇ ਜੀਵਨ ਦੀ। ਅਸਲ ਵਿੱਚ ਕਰੈਕਟਰ ਤੇਰਾ ਉੱਥੇ ਸਿਰਜਿਆ ਜਾਣਾ ਹੈ। ਪਹਿਲਾਂ ਤੇ ਈਰਖਾ ਦੀਆਂ ਭੰਡਾਂ ਛੁੱਟਦੀਆਂ ਹੀ ਕੋਈ ਨਹੀਂ, ਦਵੈਸ਼ ਖਤਮ ਹੀ ਨਹੀਂ ਹੁੰਦੀ। ਉੱਥੇ ਜਾ ਕੇ ਘੜਿਆ ਕੀ ਜਾਣਾ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਚੀਜ਼ਾਂ ਉੱਥੇ ਘੜੀਆਂ ਜਾਣੀਆਂ। ਜਿਸ ਦਿਨ ਘੜੀਆਂ ਗਈਆਂ ਫਿਰ ਯਾਦ ਰੱਖੀ ਆਰੇ ਹੇਠਾਂ ਵੀ ਸੁਰਤ ਟਿਕੇਗੀ। ਆਖੋ ਸਤਨਾਮ। ਫਿਰ ਬੰਦ ਕੱਟ ਹੋ ਰਿਹਾ ਪਰ ਸੁਰਤ ਨਹੀਂ ਕਿਤੇ ਜਾ ਰਹੀ, ਸੁਰਤ ਟਿਕਾ ਵਿੱਚ ਹੈ। ਬਸ ਇਹੀ ਖੇਡ ਹੈ ਸੁਰਤ ਦੀ। ਇਹ ਘੜੇ ਹੋਏ ਜੀਵਨਾਂ ਦੀ ਨਿਸ਼ਾਨੀ ਹੈ। ਘੜਿਆ ਹੋਇਆ ਸਿਰਜਿਆ ਹੋਇਆ ਇੱਕ ਕਰੈਕਟਰ ਹੈ, ਪਰ ਇਹ ਹੋ ਤਾਂ ਹੀ ਸਕਦਾ ਹੈ ਜੇ ਸਤਿਗੁਰੂ ਕਿਰਪਾ ਕਰਨ। ਅੱਜ ਅੰਮ੍ਰਿਤ ਵੇਲੇ ਦੀ ਕਥਾ ਵਿੱਚ ਸਤਿਕਾਰਯੋਗ ਗਿਆਨੀ ਮਨਜੀਤ ਸਿੰਘ ਜੀ ਸ਼ਬਦ ਦੀ ਵਿਚਾਰ ਕਰ ਰਹੇ ਸੀ। ਹਸਤੀ ਸਿਰਜਿਓ ਅੰਕੁਸ਼ ਹੈ, ਅਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਇਹ ਸ਼ਬਦ ਦੀ ਵਿਚਾਰ ਅੱਜ ਹੋਈ ਸੀ। ਯਾਦ ਰੱਖਣਾ, ਇੱਕ ਸਮਰਪਣ ਹੈ। ਪਾਤਸ਼ਾਹ ਕਹਿੰਦੇ ਹਸਤੀ ਸਿਰਜਿਓ ਅੰਕੁਸ਼ ਹੈ। ਹਾਥੀ ਦੇ ਸਿਰ ਤੇ ਕੁੰਡਾ ਰਾਜ ਕਰ ਰਿਹਾ, ਨਚਾ ਰਿਹਾ ਹਾਥੀ ਨੂੰ। ਸਰਕਸਾਂ ਦੇ ਵਿੱਚ ਇਸ਼ਾਰਿਆਂ ਤੇ ਹਾਥੀ ਨੱਚਦੇ ਵੇਖੇ ਹੋਣੇ ਨੇ। ਉਹ ਕੁੰਡੇ ਦੇ ਇਸ਼ਾਰੇ ਤੇ ਨੱਚਦਾ, ਪਰ ਕੁੰਡੇ ਨੇ ਏਡੇ ਵੱਡੇ ਹਾਥੀ ਦੇ ਉੱਤੇ ਰਾਜ ਐਵੇਂ ਥੋੜੋ ਕਾਇਮ ਕਰ ਲਿਆ। ਇਹ ਤਾਂ ਕਾਇਮ ਕੀਤਾ ਜੇ ਲੋਹੇ ਦੇ ਇੱਕ ਟੁਕੜੇ ਨੇ ਆਪਣਾ ਆਪ ਸਮਰਪਣ ਕੀਤਾ ਲੋਹਾਰ ਕੋਲ, ਕਾਰੀਗਰ ਕੋਲ ਭੇਟ ਕਰ ਦਿੱਤਾ। ਕਿਤੇ ਤੂੰ ਵੀ ਭੇਟ ਹੋ ਜਾ। ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ। ਕਿਤੇ ਸਿਰ ਭੇਟ ਕਰ, ਜੀਵਨ ਭੇਟ ਕਰ। ਜੇ ਸਤਿਗੁਰ ਸਾਚੇ ਭਾਵ ਹੈ ਤੇ ਗੁਰੂ ਨੂੰ ਇਹ ਭੇਟਾ ਪ੍ਰਵਾਨ ਚੜ ਗਈ ਨਾ, ਚੰਗੀ ਲੱਗ ਗਈ ਤੇਰੀ ਭੇਟਾ, ਫਿਰ ਗੱਲ ਬਣ ਜਾਣੀ। ਉਹ ਲੋਹੇ ਦੇ ਟੁਕੜੇ ਨੇ ਆਪਣਾ ਆਪ ਭੇਟ ਕੀਤਾ ਕਾਰੀਗਰ ਨੂੰ। ਉਹਨੇ ਸੁੱਟਿਆ ਅੱਗ ਵਿੱਚ, ਕੱਢਿਆ ਬਾਹਰ ਲਾਲ ਕਰਕੇ, ਮਾਰੇ ਹਥੌੜੇ ਬਿਨਾਂ ਗਿਣਤੀ ਤੋਂ। ਇੱਕ ਵਾਰ ਨਹੀਂ, ਕਈ ਵਾਰੀ ਅੱਗ ਵਿੱਚ ਤਾਇਆ। ਕਈ ਵਾਰੀ ਸੱਟਾਂ ਖਾਧੀਆਂ ਉਸ ਕੁੰਡੇ ਨੇ, ਟੁਕੜੇ ਨੇ। ਜਦੋਂ ਆਕਾਰ ਦੇ ਦਿੱਤਾ ਕਾਰੀਗਰ ਨੇ ਨਾ, ਫਿਰ ਉਸ ਕੁੰਡੇ ਵਿੱਚ ਇੰਨੀ ਕੁ ਸਮਰੱਥਾ ਆ ਗਈ ਵੀ ਹੁਣ ਹਾਥੀ ਵੀ ਉਹਦੇ ਅੱਗੇ ਉਹਦੀ ਗੁਲਾਮੀ ਨੂੰ ਕਬੂਲ ਰਿਹਾ, ਆਪਣਾ ਸਿਰ ਤੇ ਰਾਜ ਉਹਦਾ ਕਬੂਲ ਰਿਹਾ। ਤੇ ਆਪਣਾ ਆਪ ਸਮਰਪਣ ਹੋਣਾ ਹੀ ਜੀਵਨ ਨੂੰ ਘੜਦਾ। ਜਿੰਨਾ ਚਿਰ ਮਨ ਆਪਣੇ ਕੋਲ ਰੱਖਿਆ, ਕਹੀ ਜਾਈਏ ਸੱਚੇ ਪਾਤਸ਼ਾਹ ਮਨ ਨਹੀਂ ਲੱਗਦਾ, ਨਹੀਂ ਨਹੀਂ, ਗੱਲ ਨਹੀਂ ਬਣਦੀ। ਇਹ ਤੇ ਉਦੋਂ ਹੀ ਬਣਨੀ ਹੈ ਜਦੋਂ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ, ਉਦੋਂ ਗੱਲ ਬਣਦੀ ਹੈ। ਸੋ ਇਹ ਗੁਰਮੁਖ ਆਪ ਨਿਵਾਰੀਏ ਸਭ ਰਾਜ ਸ੍ਰਿਸ਼ਟ ਕਾਲੇ। ਕਹਿੰਦੇ ਜੀ ਗੁਰਮੁਖਾ ਇਸ ਤਰ੍ਹਾਂ ਤੂੰ ਨਿਵਾਰ ਲਿਆ ਨਾ ਆਪਣੇ ਆਪ ਨੂੰ, ਗੁਰੂ ਪਾਤਸ਼ਾਹ ਦੇ ਪਾਸੋਂ ਜੀਵਨ ਸ਼ੈਲੀ ਲੈ ਲਈ, ਕਰੈਕਟਰ ਲੈ ਲਿਆ ਗੁਰਮਤ ਦਾ, ਫਿਰ ਤੂੰ ਸ੍ਰਿਸ਼ਟੀ ਦਾ ਰਾਜਾ ਹੋਵੇਂਗਾ। ਰਹੋ ਵਿਚਾਰ। ਘਾੜਤ ਤਬਦੀਲੀ ਦੁਨੀਆ ਅੰਦਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਦੋਂ ਅਨਘੜ ਨੇ ਕੋਈ ਖਾਸ ਕੀਮਤ ਨਹੀਂ ਰੱਖਦੀਆਂ। ਘੜ ਦਿੱਤੀਆਂ, ਕੀਮਤ ਪੈ ਗਈ। ਲੱਕੜ ਹੈ, ਜੰਗਲ ਭਰੇ ਪਏ ਨੇ, ਕੀਮਤ ਹੈ ਪਰ ਉਹ ਨਹੀਂ।
ਆਪਣੇ ਤਾਂ ਦੇਸ਼ ਵਿੱਚ ਲੱਕੜ ਦੀ ਘਾਟ ਹੈ, ਜੰਗਲ ਘਟ ਗਏ, ਪਰ ਬਾਹਰ ਅਫਰੀਕਾ ਵਰਗੇ ਇਲਾਕਿਆਂ ਵਿੱਚ ਅੱਜ ਵੀ ਜੰਗਲ ਬਹੁਤ ਹੈ। ਪਨਾਮਾ ਦਾ ਜੰਗਲ ਭਰਿਆ ਪਿਆ ਰੁੱਖਾਂ ਦੇ ਨਾਲ। ਉੱਥੇ ਮੈਂ ਕੈਨੇਡਾ ਵਿੱਚ ਅੱਖੀਂ ਵੇਖਿਆ ਵੀ ਰੁੱਖ ਡਿੱਗ ਜਾਂਦੇ ਨੇ ਜੰਗਲ ਵਿੱਚ, ਕੋਈ ਚੁੱਕਣ ਵਾਲਾ ਨਹੀਂ, ਪਏ ਪਈ ਗਲ ਜਾਂਦੇ ਨੇ। ਇੰਨੀ ਲੱਕੜ ਉੱਥੇ ਰੁਲਦੀ ਵੇਖੀ ਹੈ, ਗਲਦੀ ਵੇਖੀ ਹੈ। ਤੇ ਜਦੋਂ ਅੰਨ ਘੜ ਹੈ, ਕੋਈ ਕੀਮਤ ਨਹੀਂ ਜਾਂ ਖਾਸ ਕੀਮਤ ਨਹੀਂ, ਉਹੀ ਲੱਕੜ ਸ਼ਾਮ ਮਿਲ ਤੱਕ ਪਹੁੰਚੀ, ਜਿਹਨੂੰ ਆਰਾ ਮਸ਼ੀਨ ਕਹਿੰਦੇ ਆਪਾਂ। ਆਰੇ ਨੇ ਉਹਨੂੰ ਚੀਰ ਦਿੱਤਾ, ਟੁਕੜੇ ਕਰ ਦਿੱਤੇ, ਕਾਰੀਗਰ ਨੇ ਆਪਣੇ ਅਨੁਸਾਰ ਉਹਨੂੰ ਆਕਾਰ ਦਿੱਤਾ, ਘੜਿਆ, ਰੰਦਿਆ, ਬਹੁਤ ਕੁਝ ਬਣਾਇਆ, ਫਰਨੀਚਰ ਬਣਾ ਦਿੱਤਾ, ਦਰਵਾਜ਼ੇ, ਤਾਕੀਆਂ, ਡੋਰ ਬਣਾ ਦਿੱਤੇ। ਤੇ ਜਦੋਂ ਘੜ ਦਿੱਤੀ ਗਈ ਨਾ, ਫਿਰ ਕੀਮਤ ਬਹੁਤ ਵੱਧ ਗਈ ਹੈ, ਮਹਿੰਗੀ ਹੋ ਗਈ ਹੈ। ਪੱਥਰ ਲੈ ਲਓ, ਖਾਣਾ ਭਰੀਆਂ ਪਈਆਂ ਪਹਾੜ ਪੱਥਰਾਂ ਦੇ ਬਣੇ ਹੋਏ ਤੁਸੀਂ ਅੱਖੀਂ ਵੇਖ ਰਹੇ ਹੋ, ਸਾਰਾ ਪਹਾੜ ਹੀ ਪੱਥਰ ਦਾ ਹੁੰਦਾ। ਕਈ ਵਾਰੀ ਕੋਈ ਕੀਮਤ ਨਹੀਂ, ਮਿੱਟੀ ਸਮਾਨ ਪਿਆ ਉੱਥੇ। ਪਰ ਜਦੋਂ ਕਿਸੇ ਕਾਰੀਗਰ ਦੇ ਨਜ਼ਰ ਵਿੱਚ ਚੜਿਆ ਨਾ, ਉਹਨੇ ਕੱਟਿਆ, ਵੱਢਿਆ, ਚੀਰਿਆ, ਘੜ ਦਿੱਤਾ ਪੱਥਰ। ਤੇ ਜਦੋਂ ਘੜ ਦਿੱਤਾ, ਫਿਰ ਅਸੀਂ ਕਹਿੰਦੇ ਜੀ ਇਸ ਫਰਸ਼ ਦਾ, ਇਸ ਮਾਰਬਲ ਦਾ ਰੇਸ਼ਾ ਬੜਾ ਸੋਹਣਾ ਲੱਗਦਾ ਹੈ। ਕੀਮਤ ਪੈ ਗਈ ਹੈ। ਕਈ ਵਾਰੀ ਤੇ ਇੰਨੀ ਕੀਮਤ ਪੈ ਜਾਂਦੀ ਹੈ ਵੀ ਤਰਾਸ਼ਣ ਵਾਲਾ ਪੱਥਰ ਨੂੰ ਤਰਾਸ਼ਦਿਆਂ ਤਰਾਸ਼ਦਿਆਂ ਕਿਸੇ ਅਵਤਾਰੀ ਪੁਰਸ਼ ਦੀ ਮੂਰਤੀ ਵੀ ਬਣਾ ਦਿੰਦਾ ਹੈ। ਤੇ ਉਹ ਪੱਥਰ ਦੀ ਕੀਮਤ ਇੰਨੀ ਜ਼ਿਆਦਾ, ਪਹਿਲਾਂ ਵਿਕਦੀ ਮਹਿੰਗੀ ਹੈ, ਫਿਰ ਦੁਨੀਆ ਮੱਥੇ ਟੇਕਦੀ ਹੈ। ਪੱਥਰ ਹੀ ਭਗਵਾਨ ਬਣਾ ਦਿੱਤਾ ਦੁਨੀਆ ਦੀਆਂ ਨਜ਼ਰਾਂ ਵਿੱਚ। ਪਰ ਤਾਂ ਜੇ ਘੜਨ ਵਾਲਾ ਐਕਸਪਰਟ ਸੀ, ਘੜਨ ਵਾਲੇ ਦੇ ਹੱਥ ਪੱਥਰ ਪਹੁੰਚਿਆ, ਤਾਂ ਕੁਛ ਉਹਦਾ ਬਣਿਆ, ਨਹੀਂ ਸੀ ਬਣਨਾ। ਗੁਰਮੁਖ ਪਿਆਰਿਓ, ਜਿੰਨਾ ਚਿਰ ਇਹ ਜੀਵਨ ਘੜਿਆ ਨਹੀਂ ਗਿਆ, ਸੁਰਤ ਘੜੀ ਨਹੀਂ ਨਾ ਗਈ, ਪਹਾੜ ਦੇ ਪੱਥਰ ਵਰਗੀ ਉਹ ਹੈ, ਜੰਗਲ ਦੀ ਲੱਕੜੀ ਵਰਗੀ ਹੈ। ਤੇ ਜਿਸ ਦਿਨ ਘੜ ਦਿੱਤੀ ਮੇਰੇ ਪਾਤਸ਼ਾਹ ਨੇ, ਭੇਟ ਹੋ ਜਾ ਪਾਤਸ਼ਾਹ ਨੂੰ, ਸਤਿਗੁਰੂ ਘੜਨਗੇ, ਸਹਿਜੇ ਸਹਿਜੇ ਘੜਦੇ ਜਾਣਗੇ। ਘੜ ਕੇ ਕਿਸੇ ਪਾਸੇ ਕਾਮ ਦਾ ਸੱਕ ਲਾ ਕੇ ਸੁੱਟ ਦੇਣਾ, ਦੂਜੇ ਪਾਸੇ ਕ੍ਰੋਧ ਸੁੱਟ ਦੇਣਾ ਲਾ ਕੇ। ਮੇਰੇ ਸਤਿਗੁਰਾਂ ਨੇ ਐਸੀਆਂ ਠੋਕਰਾਂ ਵੀ ਤੇਰੀ ਜ਼ਿੰਦਗੀ ਵਿੱਚ ਮਨ ਨੂੰ ਚੋਟਾਂ ਵੀ ਕਰਨਗੇ। ਕਿਸੇ ਪਾਸਿਓਂ ਲੋਭ ਲਾ ਕੇ ਸੁੱਟ ਦਿੱਤਾ, ਮੋਹ ਲਾ ਕੇ ਸੁੱਟ ਦਿੱਤਾ, ਹੰਕਾਰ ਲਾ ਦਿੱਤਾ, ਸ਼ਬਦ ਸਪਰਸ ਰੂਪ ਰਸ ਗੰਧ ਦਵੈਸ਼ ਈਰਖਾ ਬਖੀਲੀ ਆਸਾ ਤ੍ਰਿਸ਼ਨਾ, ਘੜਦਿਆਂ 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 ਕੇਵਲ ਇੱਕ ਦਿਨ ਉਹ ਆਵੇਗਾ ਵੀ ਤੇਰੇ ਵਿੱਚ ਔਗਣ ਨਹੀਂ, ਕੇਵਲ ਗੁਣ ਹੀ ਗੁਣ ਹਨ, ਕੇਵਲ ਵਾਹਿਗੁਰੂ ਹੀ ਬਾਕੀ ਰਹਿ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਵੀ ਯਾਦ ਰੱਖਣਾ। ਇੱਕ ਮੂਰਤ ਤਰਾਸ਼ੇ ਦੀ ਗੱਲ ਮੈਂ ਕਈ ਵਾਰੀ ਕਰਦਾ। ਮੂਰਤੀ ਘੜ ਰਿਹਾ ਸੀ, ਫਾਈਨਲ ਟੱਚ ਦੇ ਰਿਹਾ ਸੀ, ਉਹਦਾ ਗੁਆਂਢੀ ਮਿੱਤਰ ਚੱਲ ਕੇ ਕੋਲ ਆਇਆ, ਉਹਨੇ ਵਧਾਈ ਦਿੱਤੀ, ਕਹਿੰਦਾ ਵੀ ਬੜੀ ਸੋਹਣੀ ਮੂਰਤੀ ਬਣੀ ਹੈ, ਬੜੀ ਕੀਮਤ ਮਿਲੇਗੀ ਇਸ ਦੀ। ਉਹ ਬੁੱਤ ਕਾੜਾ ਕੀਤਾ ਸੀ ਉਹਦਾ, ਪਰ ਅੰਦਰੋਂ ਭਿੱਜਿਆ ਹੋਇਆ ਮਨੁੱਖ ਸੀ। ਉਹ ਸੁਭਾਵਕ ਮੌਜ ਵਿੱਚ ਕਹਿ ਉੱਠਿਆ, ਕਹਿੰਦਾ ਮੈਂ ਤਾਂ ਕੋਈ ਮੂਰਤੀ ਨਹੀਂ ਬਣਾਈ। ਉਹ ਕਹਿੰਦਾ ਮਜ਼ਾਕ ਕਿਸੇ ਹੋਰ ਨੂੰ ਕਰ ਸਕਦਾ, ਮੈਨੂੰ ਥੋੜ੍ਹਾ ਕਰ ਸਕਦਾ। ਆਪਾਂ ਮਿੱਤਰ ਗੁਆਂਢੀ, ਰੋਜ਼ ਤੈਨੂੰ ਵੇਖਦਾ, ਕਿੰਨੇ ਦਿਨ ਤੋਂ ਲੱਗਿਆ ਹੋਇਆ ਸੀ ਇਸ ਮੂਰਤੀ ਨੂੰ। ਉਹ ਕਹਿੰਦਾ ਸੱਚ ਹੈ ਵੀ ਮੈਂ ਕੋਈ ਮੂਰਤੀ ਨਹੀਂ ਬਣਾਈ। ਉਹ ਗੁਆਂਢੀ ਕਹਿਣ ਲੱਗਿਆ, ਕਹਿੰਦਾ ਜੇ ਤੂੰ ਨਹੀਂ ਨਾ ਬਣਾਈ, ਫਿਰ ਇਹ ਦੱਸ ਬਈ ਆਈ ਕਿੱਥੋਂ। ਉਹ ਬੁੱਤ ਕਾੜਾ ਕਹਿਣ ਲੱਗਿਆ, ਕਹਿੰਦਾ ਵੀ ਗੱਲ ਅਸਲ ਵਿੱਚ ਇਹ ਹੈ ਵੀ ਮੂਰਤੀ ਪੱਥਰ ਦੇ ਅੰਦਰ ਪਹਿਲਾਂ ਹੀ ਮੌਜੂਦ ਸੀ, ਮੈਂ ਤੇ ਘੜ ਕੇ ਫਾਲਤੂ ਪੱਥਰ ਉਤਾਰ ਦਿੱਤਾ, ਮੂਰਤੀ ਵਿੱਚੋਂ ਪ੍ਰਗਟ ਹੋ ਗਈ ਹੈ। ਸੱਚ ਹੈ, ਹਰ ਪੱਥਰ ਵਿੱਚ ਮੂਰਤੀ ਹੈ, ਕਿਸੇ ਵੀ ਪੱਥਰ ਵਿੱਚੋਂ ਮੂਰਤ ਕੱਢੀ ਜਾ ਸਕਦੀ ਹੈ, ਪਰ ਨਿਕਲੇਗੀ ਉਹਦੇ ਵਿੱਚੋਂ ਜਿਹੜਾ ਕਾਰੀਗਰ ਨੂੰ ਸਮਰਪਣ ਹੋਵੇਗਾ, ਬਾਕੀਆਂ ਚੋਂ ਨਹੀਂ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਉਹ ਵਾਹਿਗੁਰੂ ਸਾਰਿਆਂ ਵਿੱਚ ਮੌਜੂਦ ਹੈ। ਅੱਜ ਮਹਾਂਪੁਰਖਾਂ ਨੂੰ ਯਾਦ ਕਰੋ ਅੰਦਰੋਂ, ਵਾਹਿਗੁਰੂ ਸਾਰਿਆਂ ਵਿੱਚ ਮੌਜੂਦ ਹੈ। ਪੜ੍ਹਦੇ ਆ ਨਾ ਆਪਾਂ ਰੋਜ਼ ਹੀ, ਸਭ ਮਹਿ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਵਿੱਚ ਜੋਤ ਵਰਤ ਰਹੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਪੜ੍ਹਦੇ ਆ ਆਪਾਂ ਹਰ ਵਾਰੀ। ਪਰ ਅਗਲੀ ਗੱਲ ਵੱਲ ਧਿਆਨ ਦਈਏ, ਜੋਤ ਹੈ, ਰੱਬ ਅੰਦਰ ਹੈ। ਇੱਥੇ ਇੱਕ ਮਨੁੱਖ ਨੂੰ ਭੁਲੇਖਾ ਵੀ ਪੈ ਗਿਆ, ਇਹ ਵੀ ਬੇਨਤੀ ਕਰਦੇ ਹਾਂ। ਅਸੀਂ ਦੁਨੀਆ ਵਿੱਚ ਆਏ ਨਾ, ਪਹਿਲਾ ਸਵਾਸ ਜਦੋਂ ਲਿਆ
ਤੇ ਸਵਾਸ ਵਾਸਤੇ ਹਵਾ ਸਾਨੂੰ ਬਾਹਰੋਂ ਮਿਲੀ। ਠੀਕ ਹੈ ਨਾ, ਬਾਹਰੋਂ ਸਵਾਸ ਲੈਂਦੇ ਆ, ਸਮਝਦੇ ਹੋ ਇਸ ਗੱਲ ਨੂੰ ਸਾਰੇ। ਥੋੜੀ ਦੇਰ ਬਾਅਦ ਭੁੱਖ ਲੱਗੀ, ਦੁੱਧ ਭਾਵੇਂ ਮਾਂ ਦਾ ਮਿਲਿਆ ਪਰ ਮਿਲਿਆ ਬਾਹਰੋਂ। ਕੁਝ ਘੰਟਿਆਂ ਬਾਅਦ ਕਹਿੰਦੇ ਜੀ ਲੰਗੋਟ ਲਾ ਦਈਏ, ਬੱਚੇ ਦੇ ਕੱਪੜੇ ਪਾ ਦਈਏ, ਕੱਪੜਾ ਮਿਲਿਆ ਪਰ ਮਿਲਿਆ ਬਾਹਰੋਂ। ਜ਼ਿੰਦਗੀ ਦੀਆਂ ਲੋੜਾਂ ਜਾਗਦੀਆਂ ਗਈਆਂ, ਘਰ ਮਿਲਿਆ ਪਰ ਮਿਲਿਆ ਬਾਹਰੋਂ। ਹਰ ਸਹੂਲਤ ਬਾਹਰੋਂ ਮਿਲੀ, ਕਾਰ ਮਿਲੀ ਬਾਹਰੋਂ ਮਿਲੀ, ਜੋ ਵੀ ਮਿਲਿਆ ਬਾਹਰੋਂ ਮਿਲਿਆ। ਕਿਤੇ ਨਾ ਕਿਤੇ ਸਾਡੇ ਮਨ ਵਿੱਚ ਇਹ ਗੱਲ ਦ੍ਰਿੜ ਹੋ ਗਈ ਵੀ ਸਭ ਕੁਝ ਬਾਹਰੋਂ ਮਿਲਦਾ ਹੈ, ਕਿਉਂਕਿ ਮਿਲਦਾ ਹੀ ਸਭ ਕੁਝ ਬਾਹਰੋਂ ਗਿਆ। ਭੁਲੇਖਾ ਪੈ ਗਿਆ ਇਸ ਗੱਲ ਦਾ ਵੀ ਸਭ ਕੁਝ ਬਾਹਰੋਂ ਮਿਲਦਾ ਹੈ, ਤੇ ਬੰਦਾ ਰੱਬ ਨੂੰ ਵੀ ਬਾਹਰੋਂ ਲੱਭਣ ਤੁਰ ਪਿਆ। ਕਈ ਵਾਰੀ ਤੁਰਦਾ ਹੈ, ਭਟਕਦਾ, ਕੋਈ ਡੇਰੇ ਵਿੱਚ ਭਟਕਦਾ, ਕੋਈ ਜੰਗਲਾਂ ਵਿੱਚ ਭਟਕਦਾ। ਬਸ ਇਹ ਗੱਲ ਜਦੋਂ ਸਮਝ ਆਉਣੀ ਹੈ ਨਾ, ਉਹ ਸਮਝਾਉਣੀ ਕਿਸਨੇ ਹੈ ਵੀ ਹਰ ਪੱਥਰ ਵਿੱਚ ਮੂਰਤੀ ਮੌਜੂਦ ਹੈ, ਪ੍ਰਗਟ ਘੜੇ ਤੇ ਹੋਵੇਗੀ, ਕਾਰੀਗਰ ਕੱਢੇਗਾ। ਹਰ ਜੀਵਨ ਅੰਦਰ ਵਾਹਿਗੁਰੂ ਦੀ ਜੋਤ ਮੌਜੂਦ ਹੈ, ਪਰ ਉਹਨੂੰ ਪ੍ਰਗਟ ਮੇਰਾ ਸਤਿਗੁਰੂ ਕਰੇਗਾ। ਆਖੋ ਸਤਨਾਮ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ। ਸਾਖੀ ਦੇ ਅਰਥ ਭਾਵੇਂ ਬਹੁਤ ਹੁੰਦੇ ਨੇ, ਪਰ ਇੱਥੇ ਢੁਕਵਾਂ ਅਰਥ ਹੈ ਗੁਰ ਸਹਾਇਕ। ਜਦੋਂ ਹੋਵੇ ਸਾਖੀ ਬਣ ਜਾਵੇ, ਸੰਗੀ ਸਾਖੀ ਬਣ ਜਾਵੇ। ਗੁਰ ਸਾਖੀ ਜੋਤ ਪ੍ਰਗਟ ਹੋਏ। ਰੱਬ ਨੇ ਉਦੋਂ ਪ੍ਰਗਟ ਹੋਣਾ ਜਦੋਂ ਗੁਰੂ ਨੇ ਕਿਰਪਾ ਕਰਨੀ ਹੈ, ਪਰ ਭੇਟ ਤੇ ਹੋ। ਦੁਨੀਆ ਨੇ ਘਾੜ ਦੇ ਰਸਤੇ ਜਦੋਂ ਚੱਲੇ ਨਾ, ਬਾਹਰੋਂ ਕੱਢਣਾ ਸ਼ੁਰੂ ਕਰ ਦਿੱਤਾ। ਮੈਂ ਕਿਸੇ ਧਰਮ ਦਾ ਨਾਂ ਨਹੀਂ ਲਵਾਂਗਾ, ਸ਼ਾਇਦ ਲੱਗਦਾ ਇਸ ਤਰ੍ਹਾਂ ਕਿਹਾ ਵੀ ਕਿਸੇ ਨੂੰ ਨੀਵਾਂ ਬਖਾਰ ਰਹੇ ਆ, ਪਰ ਨਹੀਂ। ਪਰ ਤੁਸੀਂ ਆਪ ਨਜ਼ਰ ਮਾਰੋ, ਬਹੁਤੇ ਧਰਮ ਇਹ ਗੱਲ ਕਹਿੰਦੇ ਵੇਖੇ ਜਾਂਦੇ ਨੇ ਵੀ ਸਰੀਰ ਦਾ ਆਹ ਅੰਗ ਕੱਟ ਦਿਓ, ਇਸ ਥਾਂ ਤੋਂ ਰੋਮ ਕੱਟ ਦਿਓ, ਤੁਸੀਂ ਰੱਬ ਨੂੰ ਮਿਲੋਗੇ, ਖੁਦਾ ਨੂੰ ਮਿਲੋਗੇ। ਦੂਜੇ ਨੇ ਥੋੜਾ ਜਿਹਾ ਫਰਕ ਪਾ ਕੇ ਕਹਿ ਦਿੱਤਾ ਵੀ ਸਿਰ ਦਾ ਮੁੰਡਨ ਕਰ ਦਿਓ, ਰੱਬ ਮਿਲੇਗਾ, ਸਵਰਗਾਂ 'ਚ ਥਾਂ ਮਿਲੇਗੀ। ਤੀਜੇ ਨੇ ਕਹਿ ਦਿੱਤਾ ਭੱਦ ਕਰਵਾ ਕੇ ਜੜਾਂ ਤੋਂ ਕੇਸ ਪੁੱਟ ਦਿਓ, ਤੁਸੀਂ ਪਰਵਾਨ ਚੜ ਜਾਵੋਗੇ। ਕਿਸੇ ਨੇ ਕਹਿ ਦਿੱਤਾ ਵੀ ਕੰਨ ਪਾੜ ਲਵੋ, ਸਰੀਰ ਵਿੱਚ ਤਬਦੀਲੀਆਂ ਕਰੋ, ਘੜ ਦਿਓ ਸਰੀਰ ਨੂੰ, ਵੱਢ ਦਿਓ ਸਰੀਰ ਨੂੰ ਥਾਂ ਥਾਂ ਤੋਂ, ਰੱਬ ਮਿਲੇਗਾ। ਮੇਰੇ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਸਰੀਰ ਨੂੰ ਘੜਨ ਦੀਆਂ ਗੱਲਾਂ ਨਹੀਂ ਕਰਦੇ, ਕਹਿੰਦੇ ਸਰੀਰ ਨੂੰ ਸੰਭਾਲ। ਰੱਬ ਦੀ ਦਾਤ ਹੈ, ਕੁਦਰਤੀ ਮਿਲੀ ਹੋਈ ਦਾਤ ਨੂੰ ਸੰਭਾਲ। ਤੁਹਾਨੂੰ ਪਤਾ ਹੈ ਨਾ, ਇੰਨੀ ਕੁ ਸੰਭਾਲ ਵੀ ਮੇਰੇ ਪਾਤਸ਼ਾਹ ਨੇ ਸਾਨੂੰ ਸਮਝਾਈ ਹੈ ਵੀ ਗੁਰੂ ਕਾ ਸਿੱਖ ਇਹ ਤੇ ਕਹਿ ਦਿੰਦਾ ਵੀ ਖੋਪਰੀ ਉਤਰਦੀ ਆ ਉਤਰ ਜਾਵੇ, ਪਰ ਮੇਰੇ ਕੇਸਾਂ ਦੀ ਰੋਮਾਂ ਦੀ ਕਿਤੇ ਬੇਅਦਬੀ ਨਾ ਹੋ ਜਾਵੇ, ਇਹ ਪ੍ਰਵਾਨ ਨਹੀਂ। ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਦੀ ਅਰਦਾਸ ਸਿੱਖ ਕਰਦਾ ਹੈ। ਸਰੀਰ ਨੂੰ ਘੜਨ ਵਿੱਚ ਗੁਰਮੁਖ ਦਾ ਵਿਸ਼ਵਾਸ ਨਹੀਂ। ਦਿਲ ਕਰਦਾ ਸੀ ਮੈਂ ਇਸ ਵਿਸ਼ੇ ਤੇ ਕੋਈ ਗੱਲ ਕਰਦਾ, ਪਰ ਘੜੀ ਆਪਣੇ ਮੁਕਾਮ ਵੱਲ ਨੂੰ ਜਾ ਰਹੀ ਹੈ। ਤੇ ਗੁਰਮੁਖ ਪਿਆਰਿਓ, ਗੁਰੂ ਨਾਨਕ ਦਾ ਘਰ ਕੀ ਕਹਿੰਦਾ ਹੈ? ਕਹਿੰਦੇ ਸਰੀਰ ਨੂੰ ਕੁਦਰਤੀ ਸੰਭਾਲ। ਯਾਦ ਰੱਖਣਾ, ਜਦੋਂ ਕੁਦਰਤ ਦੇ ਖਿਲਾਫ ਆਪਾਂ ਜਾਂਦੇ ਆ, ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ, ਸਮੱਸਿਆਵਾਂ ਪੈਦਾ ਹੁੰਦੀਆਂ ਨੇ। ਤੁਸੀਂ ਜਾਣਦੇ ਹੋ, ਪੜ੍ਹਿਆ ਲਿਖਿਆ ਯੁੱਗ ਹੈ। ਸਾਡੇ ਬਾਣੇ ਵਾਲੇ ਤੇ ਅਨਪੜ੍ਹਾਂ ਵਿੱਚ ਗਿਣੇ ਜਾਂਦੇ ਨੇ, ਇਸ ਤਾਂ ਘੱਟ ਪੜ੍ਹਨ ਵਾਲਿਆਂ ਵਿੱਚ ਆ ਜਾਂਦੇ, ਪਰ ਬੱਚੇ ਹੁਣ ਬਹੁਤ ਪੜ੍ਹ ਰਹੇ ਨੇ। ਤੇ ਗੁਰਮੁਖੋ, ਅਸੀਂ ਜੰਗਲ ਕੱਟੇ, ਪੋਲਿਊਸ਼ਨ ਪੈਦਾ ਕਰ ਲਿਆ। ਕਿਹਨੇ ਕਰਿਆ? ਆਪਾਂ ਹੀ ਕਰਿਆ ਨਾ। ਪਾਏ ਕੁਹਾੜਾ ਮਾਰਿਆ, ਗਾਫਲ ਆਪਣੇ ਹੱਥ ਇਹੀ ਹੋਇਆ ਨਾ। ਦਰਿਆਵਾਂ ਦਾ ਪਾਣੀ ਅਸੀਂ ਖੁਦ ਗੰਦਾ ਕੀਤਾ। ਜਦੋਂ ਕੁਦਰਤ ਨਾਲ ਕਿਤੇ ਵੀ ਛੇੜਛਾੜ ਹੋਵੇਗੀ, ਦੁੱਖ ਪੈਦਾ ਹੋਣਗੇ। ਗੁਰੂ ਕੇ ਪਿਆਰਿਆ, ਕੁਦਰਤੀ ਮਿਲਿਆ ਸਰੀਰ ਹੈ, ਇਹਦੇ ਨਾਲ ਵੀ ਛੇੜਛਾੜ ਕਰੇਗਾ, ਦੁੱਖ ਸਹੇੜ ਬੈਠੇਗਾ। ਪਤਾ ਨਹੀਂ ਕਿੰਨੀਆਂ ਬਿਮਾਰੀਆਂ ਨੂੰ ਸੱਦਾ ਦੇਵੇਗਾ। ਇੱਕ ਛੋਟੀ ਜਿਹੀ ਗੱਲ ਮੈਂ ਕਹਿ ਦਿਆਂ, ਜਰਮਨੀ ਦੇ ਇੱਕ ਸਾਇੰਟਿਸਟ ਡਾਕਟਰ ਨੇ, ਪੁਰਾਣੀ ਗੱਲ ਹੈ, ਉੱਥੇ ਜਿਹੜੀ ਆਪਣੀ ਹੋਮਿਓਪੈਥੀ ਹੈ ਨਾ, ਇਹ ਜਰਮਨੀ ਦੀ ਦੇਣ ਹੈ, ਬਹੁਤਿਆਂ ਨੂੰ ਪਤਾ ਹੋਣਾ ਹੈ। ਉਹਨੇ ਇੱਕ ਰਿਸਰਚ ਕੀਤੀ ਸੀ। ਉਹ ਰਿਸਰਚ ਇਹ ਸੀ ਵੀ ਉਹਨੇ ਆਪਣੇ ਜਿਹੜੇ ਮਰੀਜ਼ ਸਨ ਨਾ, ਉਹਨਾਂ ਦੇ ਕੇਸ ਲੈ ਕੇ ਆਪਣੇ ਕਲੀਨਿਕ ਵਿੱਚ ਰੱਖ ਲਏ। ਤਜਰਬਾ ਕੀਤਾ ਉਹਨੇ, ਪਹਿਲੀ ਵਾਰ ਇਦਾਂ ਹੋਇਆ। ਉਹ ਕੇਸ ਰੱਖ ਕੇ ਨਾ, ਉਹਨਾਂ ਕੇਸਾਂ ਦੇ ਉੱਤੇ ਆਪਣੀ ਦਵਾਈ ਯੂਜ਼ ਕਰਦਾ ਰਿਹਾ, ਵਰਤਦਾ ਰਿਹਾ, ਲਾਉਂਦਾ ਰਿਹਾ। ਤੇ ਕੁਝ ਸਮੇਂ ਬਾਅਦ ਉਹ ਮਰੀਜ਼ ਘਰਾਂ ਵਿੱਚ ਕੰਮਕਾਰ ਕਰ ਰਹੇ ਨੇ, ਕਲੀਨਿਕ ਬਹੁਤਾ ਬੁਲਾਉਂਦਾ ਵੀ ਉਹਨਾਂ ਨੂੰ ਨਹੀਂ ਹੈ।
पर केसां ते दवाइयां इस्तेमाल करके ना उन्हें रोगियों का इलाज कर दिता सी और सिद्ध कर दिता सी भी जदों साडे शरीर नालों ये केस अलग हो जाते हैं ना 6 महीने तक बाद विच भी इन्हां दा संबंध साडे शरीर नाल बनिया रहिंदा है। इहदी उदाहरण देण दी लोड़ नहीं, सैटेलाइट का युग है, रिमोट का युग है, तुसीं सब कुछ समझ सकते हो। इसलिए गुरमुख प्यारिओ, सतगुरु पातशाह ने कुदरत नाल प्यार किया। गुरु नानक देव साहब तो इत्थों तक कह दिंदे ने, बलिहारी कुदरत वसिया तेरा अंत न जाई लखिया। कुदरत तो भी बसन वाले तो भी बलिहार जाना, कुदरत करके वसिया सोए। अज तो साडे प्रचारकां ने कहना शुरू कर दिता, कुदरत ही रब है। माफ करना शब्द भैड़ा लगेगा पर लख लानत है ऐसी सोच लो। कुदरत रब नहीं है, रब इहदे पिछे वरत रहा। मैं गुरबाणी का एक प्रमाण देना, लंबा नहीं जाना। आप पीने आप साजियो, आप पीने रचियो नाओ। आसा दी बार सुनते हो, तुसीं पढ़ते हो। अगे की आख्या, दोई कुदरत साजी है। कुदरत पहली नहीं, कुदरत का स्थान दूजा है। द्वैश माया हुंदी है, कुदरत माया के अधीन वरत रही है, ये माया का प्रभाव है, माया के अधीन चलती है। कुदरत दूजी है, कुदरत पहली नहीं। पहला तो केवल इको ओंकार मेरा वाहिगुरू है। कुदरत नूं प्यार करना, उस करते की साजी हुई रचना नाल प्यार करना। यह गल गुरु नानक का घर समझा रहा, सच्चे पातशाह समझा रहे हैं। और तुसीं गोदावरी के कंढे ते पावन अस्थानां दे दर्शन दिदारे कर रहे हो तो सज रहे हो। धन कलगीधर सच्चे पातशाह। मैं जिन्होंने कहांगा भी दरियावां दे दोस्त होने बड़े ने। बचपन गंगा नदी के किनारे, जवानी जमुना के किनारे, बहुता जीवन सतलुज के किनारे, ते ज्योति जोत समाउंदे ने गोदावरी के किनारे। तिन्हां दरियावां से दोस्ती वाली भी गल इत्थे जुड़ जाती है। सो इसलिए मैं शब्दां नूं संकोचण की कोशिश करा। गुरु प्यारिओ, जीवन जदों घट देना मेरे पातशाह ने, तिथे घड़ी है सुरत मत मन बुद्ध। फिर इस घड़ी हुई सुरत चुभी रही सुरत प्रभ चरणन महबांग टिक जाती है। तुसीं ऑफिस दे विच टेबल के उत्ते कई बारी गिलास का शीशे का बनया होया एक पेपर वेट वेखदे हो। गोल होंदा ना, पर एक पासा चपटा रखा जाता है, वो टिक जाता है। गोल कोई बलौर बंटा किसी भी चीज़ की कोई गोली होवे ना, वो रुड़ जाती है। घड़ दिता थोड़ा जिहा, घड़दियां सार टिक गई। तो जिन्ना चिर ये जीवन अनघड़ है, मन अनघड़ है, ये रुड़दा जांदा है विषय विकारां दे बहण विच, रुड़दा जांदा है माया दे प्यार विच। ते जिस दिन मेरे पातशाह ने घड़ देना ना, फिर एक घड़िया होया मैं फिर याद करवा दियां, आरियां हेठां भी टिकेगा, उबलदियां देगां विच भी टिकेगा, बंद बंद कटवाउंदियां भी टिकेगा, खोपरी उतरन दे बावजूद भी टिकेगा। इसलिए जो महापुरख हुंदे ने गुरु प्यारिओ, उन्हां दा यही साडे नाल फर्क हुंदा है भी उन्हां दी सूरत विच टिका हुंदा है। अज साडे पंथ दा ये दुखांत कह लो जां कोई शब्द होर वरत लवो, गुरमुखो अज असीं गुर शब्द नालों टुट रहे हैं जां टुट चुके हैं कह लीए। तुसीं कहोगे जी बड़े गुरमुख ने, हाँ होणगे। पूरी कौम दे विच जे 500-700 गुरमुख निकल भी आया तो परसेंटेज बहुत घट बनेगी ना। 4-5 करोड़ आबादी सिखां दी वर्ल्ड विच गिनी जाती है, तो 4-5 करोड़ दे विचों जे 500-700 हज़ार बंदा जुड़िया होया निकल भी आया तो बहुती वड्डी गिनती नहीं। इसलिए आओ सतगुरु के प्यार विच, सिमरन विच, गुरु शब्द नाल प्यार करदियां करदियां अपना ये जीवन सफला करिए। महापुरखों नूं यही श्रद्धांजलियां ने, यही समर्पण है। तो अज दे समय विच इन्नियां क बेनतियां प्रवान कर लैनियां। रोम रोम शुकराना सतगुरु ग्रंथ साहिब महाराज सच्चे पातशाह जी का। धन्नवाद आप सर्ब संगतां दा, महापुरखों का सत्कारयोग बाबा नरिंदर सिंह, बाबा बलविंदर सिंह जी बड़ा प्यार दिंदे ने।
ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਸਕੱਤਰ ਸਾਹਿਬ ਦਾ ਧੰਨਵਾਦ, ਸਾਰੇ ਹੀ ਜਥੇਦਾਰ ਸਾਹਿਬਾਨਾਂ ਦਾ ਧੰਨਵਾਦ। ਸੋ ਆਓ ਜੇ ਅਗਲਾ ਸਮਾਂ ਸਕੱਤਰ ਸਾਹਿਬ ਨੇ ਬਖਸ਼ਿਆ ਉਹਦੇ ਵਿੱਚ ਫਿਰ ਸਾਂਝ ਪਾ ਲਵਾਂਗੇ। ਅੱਜ ਦੀ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਦੇਹ ਸੱਜਣ ਅਸੀਸੜੀਆਂ, ਜਿਉ ਹੋਵੇ ਸਹਿਬ ਸਿਓ ਮੇਲ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।